ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਤੇ ਮੈਂ ਹਰਸ਼ਪਾਲ ਸੰਧੂ। ਅੱਜ ਅਸੀਂ ਪੰਜਾਬ ਦੀਆਂ ਜਿਹੜੀਆਂ ਅਹਿਮ ਖਬਰਾਂ ਨੇ ਉਹਨਾਂ ਉੱਪਰ ਚਰਚਾ ਕਰਨ ਜਾ ਰਹੇ ਹਾਂ। ਇਹਨਾਂ ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਸਤਨਾਮ ਸਿੰਘ ਸੰਧੂ ਜੀ। ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂ, ਧੰਨਵਾਦ। ਅੱਜ ਜਿਹੜਾ ਵੱਡਾ ਮਸਲਾ ਹੈ ਉਹ ਹੈ ਬਠਿੰਡਾ ਛਾਉਣੀ ਦੇ ਵਿੱਚ ਜਿਹੜੀ ਕੱਲ ਗੋਲੀਬਾਰੀ ਹੋਈ ਹੈ, ਉਸ ਦੇ ਵਿੱਚ 4 ਜਿਹੜੇ ਆਪਣੇ ਜਵਾਨ ਨੇ ਉਹ ਸ਼ਹੀਦ ਹੋ ਗਏ। ਉਸ ਤੋਂ ਬਾਅਦ ਅੱਜ ਇੱਕ ਹੋਰ ਜਵਾਨ ਦੀ ਜਿਹੜੀ ਸ਼ਹੀਦ ਹੋਣ ਦੀ ਉਹ ਖਬਰ ਆ ਰਹੀ ਹੈ। ਡਾਕਟਰ ਸਾਹਿਬ, ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਇਸ ਨੂੰ 2 ਤਰੀਕੇ ਨਾਲ ਦੇਖਿਆ ਜਾ ਸਕਦਾ ਹੈ। ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਘਟਨਾਕ੍ਰਮ ਇਸ ਕਿਸਮ ਦਾ ਹੋਇਆ ਸੀ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਛਾਉਣੀ ਦੇ ਵਿੱਚ ਵੜ ਕੇ ਕਿਸੇ ਨੇ ਹਮਲਾ ਕਰਤਾ ਸੀ ਤੇ ਬਹੁਤ ਸਾਰੇ ਜਿਹੜੇ ਸਾਡੇ ਫੌਜੀ ਜਵਾਨ ਸੀ ਉਹ ਮਾਰੇ ਗਏ ਸੀ। ਉਹ ਇੱਕ ਖਾਸ ਕਿਸਮ ਦੀ ਘਟਨਾ ਸੀ ਤੇ ਉਹਦੇ ਨਾਲ ਜਿਹੜੀ ਵੱਖਵਾਦੀ ਤਾਕਤਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਸੀ ਕਿ ਸ਼ਾਇਦ ਉਹ ਵੱਖਵਾਦੀ ਹਮਲਾ ਹੈ। ਪਰ ਜਿਹੜੀ ਇਹ ਬਠਿੰਡੇ ਵਾਲੀ ਘਟਨਾ ਹੈ, ਇਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਰਾਈਫਲ ਚੋਰੀ ਹੋਈ ਸੀ। 19 ਦੇ ਕਰੀਬ ਖੋਲ ਹੈ ਜਿਹੜੇ ਉਹ ਉੱਥੋਂ ਮਿਲੇ ਹੈ। ਆਇਡੈਂਟੀਫਾਈ ਕਰ ਲਿਆ ਕਿ ਸ਼ਾਇਦ ਇਹ ਉਸੇ ਰਾਈਫਲ ਨਾਲ ਹੀ ਜਿਹੜੇ ਜਵਾਨ ਹੈ ਇਹਨਾਂ ਨੂੰ ਸੁੱਤੇ ਪਿਆਂ ਨੂੰ ਹਮਲਾ ਕਰਕੇ ਮਾਰਿਆ ਗਿਆ। ਨਾਲ ਹੀ ਇਸ ਕਿਸਮ ਦੀ ਵੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ 2 ਚਿੱਟੇ ਕੱਪੜਿਆਂ ਦੇ ਵਿੱਚ ਨਕਾਬਪੋਸ਼ ਵਿਅਕਤੀ ਉੱਥੇ ਦੇਖੇ ਗਏ। ਪਰ ਜਿੱਥੋਂ ਤੱਕ ਇਸ ਬਾਰੇ ਅੰਦਰਲੇ ਸੂਤਰਾਂ ਦੀ ਖਬਰ ਹੈ ਜਾਂ ਉਹਨਾਂ ਦੇ ਆਫੀਸਰਸ ਦੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆ, ਉਹ ਇਹ ਕਹਿ ਰਹੇ ਆ ਕਿ ਅਜੇ ਤੱਕ ਕੋਈ ਬਾਹਰਲੇ ਹਮਲਾਵਰ ਦਾ ਇਸ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੀ ਗੱਲ ਸਾਹਮਣੇ ਨਹੀਂ ਆ ਰਹੀ। ਇਹ ਲੱਗ ਰਿਹਾ ਹੈ ਕੋਈ ਅੰਦਰਲੀ ਹੀ ਗੱਲ ਹੋ ਸਕਦੀ ਹੈ। ਜਿਹੜੀ ਦੂਸਰੀ ਘਟਨਾ, ਇੱਕ ਹੋਰ ਫੌਜੀ ਜਵਾਨ ਵੱਲੋਂ ਆਪਣੀ ਰਾਈਫਲ ਨਾਲ ਅਚਾਨਕ ਚੱਲਣ ਨਾਲ ਉਹਦੀ ਜਿਹੜੀ ਮੌਤ ਹੋਈ ਹੈ, ਇਸ ਨੂੰ 2 ਤਰੀਕਿਆਂ ਨਾਲ ਦੇਖਿਆ ਜਾ ਸਕਦਾ ਹੈ। ਕਿਉਂਕਿ ਬਹੁਤ ਵਾਰੀ ਕੀ ਹੁੰਦਾ ਹੈ, ਅਕਸਰ ਹੀ ਕਿਤੇ ਨਾ ਕਿਤੇ ਇਸ ਕਿਸਮ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਕਿ ਕੁਝ ਨੌਜਵਾਨ ਮਾਨਸਿਕ ਤੌਰ ਤੇ ਇੰਨੇ ਪ੍ਰੈਸ਼ਰ 'ਚ ਆ ਜਾਂਦੇ ਆ, ਡਿਪਰੈਸ਼ਨ 'ਚ ਆ ਜਾਂਦੇ ਆ, ਉਹ ਕਈ ਵਾਰੀ ਸੁਸਾਈਡ ਤੱਕ ਵੀ ਚਲੇ ਜਾਂਦੇ ਆ। ਕਿਉਂਕਿ ਛੁੱਟੀ ਨਾ ਮਿਲਣ ਕਰਕੇ, ਘਰ ਤੋਂ ਦੂਰ ਰਹਿਣ ਕਰਕੇ, ਤਣਾਅ ਵਾਲੇ ਹਾਲਾਤ ਕਰਕੇ ਇਸ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ। ਪਰ ਜਿਹੜੀ 4 ਜਵਾਨਾਂ ਦੀ ਜਿਹੜੀ ਮੌਤ ਹੋਣਾ ਹੈ, ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਘਟਨਾ ਹੈ। ਕਿਉਂਕਿ ਜਦੋਂ ਛਾਉਣੀ ਵਰਗੇ ਸੁਰੱਖਿਅਤ ਸਥਾਨ ਤੇ ਇਸ ਕਿਸਮ ਦੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਬਾਹਰ ਦੀਆਂ ਘਟਨਾਵਾਂ ਨਾਲੋਂ ਬਿਲਕੁਲ ਅਲੱਗ ਕਰਕੇ ਦੇਖਿਆ ਜਾਂਦਾ ਹੈ। ਲੋਕਾਂ ਦੇ ਮਨ ਦੇ ਵਿੱਚ ਇਹ ਜਾਂਦਾ ਹੈ ਕਿ ਜਿਹੜੀ ਸਾਡੀ ਫੌਜ ਹੈ, ਜਿਸਨੇ ਸਾਡੀ ਸੁਰੱਖਿਆ ਕਰਨੀ ਹੈ, ਜੇ ਉਸ ਦੀ ਸੁਰੱਖਿਆ ਤੇ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਤਾਂ ਇਹ ਗੰਭੀਰ ਮਸਲਾ ਹੈ। ਸ਼ਾਇਦ ਇਸੇ ਕਰਕੇ ਹੀ ਜਿਹੜੇ ਸਾਡੇ ਮੰਤਰੀ ਹੈ ਰਾਜਨਾਥ ਸਿੰਘ, ਉਹਨਾਂ ਨੇ ਇਸ ਗੱਲ ਨੂੰ ਬਹੁਤ ਸੀਰੀਅਸ ਲਿਆ ਤੇ ਇਸ ਗੱਲ ਤੇ ਮੈਨੂੰ ਉਮੀਦ ਹੈ ਕਿ ਜਲਦੀ ਹੀ ਜਿਹੜੇ ਉਹ ਅਧਿਕਾਰੀਆਂ ਵੱਲੋਂ ਖੁਲਾਸੇ ਕੀਤੇ ਜਾਣਗੇ। ਭਾਵੇਂ ਆਪਾਂ ਜਾਣਦੇ ਹਾਂ ਕਿ ਆਰਮੀ ਦਾ ਇੱਕ ਇੰਟਰਨਲ ਕੋਡ ਆਫ ਕੰਡਕਟ ਹੁੰਦਾ, ਬਹੁਤੀ ਖਬਰ ਨਿਕਲ ਕੇ ਸਾਹਮਣੇ ਨਹੀਂ ਆਉਂਦੀ, ਪਰ ਫਿਰ ਵੀ ਪੁਲਿਸ ਦੇ ਸੂਤਰਾਂ ਤੋਂ ਜਿੰਨੀ ਕੁ ਜਾਣਕਾਰੀ ਮਿਲੂਗੀ, ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਘਟਨਾ ਦੀ ਅਸਲੀਅਤ ਕੀ ਹੈ ਉਹ ਲੋਕਾਂ ਦੇ ਜ਼ਰੂਰ ਸਾਹਮਣੇ ਆਊਗੀ। ਇਸੇ ਕਰਕੇ ਇਹ ਖਬਰ ਇੰਨੀ ਅਹਿਮ ਹੈ ਕਿ ਅੱਜ ਇਹ ਸਾਰੇ ਮੀਡੀਆ ਤੇ ਛਾਈ ਹੋਈ ਹੈ। ਜੀ ਡਾਕਟਰ ਸਾਹਿਬ, ਕੇਂਦਰ ਸਰਕਾਰ ਨੇ ਜਿਹੜਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਬੇਮੌਸਮਾ ਮੀਂਹ ਪਿਆ ਜੀ, ਉਹਦੇ ਨਾਲ ਕਾਰਨ ਜਿਹੜਾ ਕਣਕਾਂ ਦਾ ਜਿਹੜਾ ਦਾਣਾ ਉਹ ਮਾਜੂ ਪੈ ਗਿਆ ਜਾਂ ਟੁੱਟ ਗਿਆ, ਉਸ ਦੇ ਵਿੱਚ ਕੱਟ ਲਾਉਣ ਦੀ ਜਿਹੜੀ ਉਹ ਫੈਸਲਾ ਕੀਤਾ ਜੀ ਉਹਨਾਂ ਨੇ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਕਈ ਵਾਰੀ ਪਹਿਲਾਂ ਵੀ ਇਸ ਕਿਸਮ ਦਾ ਕੱਟ ਲਾਉਣ ਦੀ ਗੱਲ ਕੀਤੀ ਜਾਂਦੀ ਹੈ। ਚੌਲਾਂ ਦੇ ਵਿੱਚ ਵੀ ਕਿਹਾ ਜਾਂਦਾ ਕਿ ਟੋਟਾ ਹੋ ਗਿਆ, ਕਣੀ ਬਣ ਗਈ, ਉਸ ਤੇ ਲਾ ਦਿਓ। ਹੁਣ ਕਣਕ ਦੇ ਉੱਪਰ ਇਹ ਕੁਦਰਤੀ ਆਫਤ ਕਾਰਨ ਹੋਇਆ। ਜਦੋਂ ਕੁਦਰਤੀ ਆਫਤ ਕਾਰਨ ਹੋਇਆ ਤਾਂ ਬਹੁਤ ਸਾਰੀਆਂ ਥਾਵਾਂ ਤੇ ਦਾਣਾ ਪਿਚਕ ਜਾਂਦਾ ਹੈ, ਛੋਟਾ ਹੋ ਜਾਂਦਾ ਹੈ, ਟੁੱਟ ਜਾਂਦਾ ਹੈ। ਉਹ ਕਿੰਨੇ % ਹੈ, ਉਹਦੀ ਪਰਸੈਂਟੇਜ ਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਅਸੀਂ 3-4 ਰੁਪਏ ਤੋਂ ਲੈ ਕੇ 25-30 ਰੁਪਏ ਤੱਕ ਦਾ ਕੱਟ ਲਗਾਵਾਂਗੇ। ਉਸ ਨਾਲ ਕਿਸਾਨ ਤੇ ਦੂਰੀ ਮਾਰ ਪੈ ਰਹੀ ਹੈ। ਇੱਕ ਪਾਸੇ ਤਾਂ ਉਹਨਾਂ ਦੀਆਂ ਫਸਲਾਂ ਦਾ ਝਾੜ ਘਟ ਰਿਹਾ ਹੈ ਕਿਉਂਕਿ ਬੇਮੌਸਮੀ ਬਰਸਾਤ ਨੇ ਉਹਨਾਂ ਦੀਆਂ ਫਸਲਾਂ ਨੂੰ ਡੇਗਤਾ, ਗੜੇਮਾਰ ਨੇ ਕਣਕ ਨੂੰ ਝਾੜਤਾ। ਇਸ ਕਰਕੇ ਉਹਦਾ ਪਹਿਲਾਂ ਹੀ ਜਿਹੜਾ ਫਸਲ ਦਾ ਝਾੜ ਹੈ ਉਹ ਘਟ ਗਿਆ। ਪਰ ਹੁਣ ਇਸ ਗੱਲ ਨੂੰ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਲਿਆ। ਪੰਜਾਬ ਸਰਕਾਰ ਕਹਿੰਦੀ ਹੈ ਕਿ ਜੇ ਕੇਂਦਰ ਸਰਕਾਰ ਇਸ ਮਸਲੇ ਦੇ ਉੱਪਰ ਕੱਟ ਲਗਾਊਗੀ ਤਾਂ ਭਗਵੰਤ ਮਾਨ ਨੇ ਬਿਆਨ ਦਿੱਤਾ, ਮੁੱਖ ਮੰਤਰੀ ਪੰਜਾਬ ਨੇ, ਕਿ ਅਸੀਂ ਉਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਦਾ ਇਹ ਵੱਡਾ ਐਲਾਨ ਹੈ। ਇਸ ਐਲਾਨ ਦੇ ਨਾਲ ਪੰਜਾਬ ਸਰਕਾਰ ਦੀ ਸ਼ਾਖ ਹੈ ਜਿਹੜੀ ਉਹ ਕਿਸਾਨਾਂ ਦੇ ਵਿੱਚ ਚੰਗੀ ਬਣਨ ਦੀਆਂ ਸੰਭਾਵਨਾਵਾਂ ਬਣਨਗੀਆਂ। ਕਿਉਂਕਿ ਅਜਿਹੇ ਮੌਕੇ ਤੇ ਮੈਨੂੰ ਇਹ ਲੱਗਦਾ ਕਿ ਜਦੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਹਮਦਰਦੀ ਦਿਖਾਉਣੀ ਚਾਹੀਦੀ ਹੈ, ਉਹਨਾਂ ਦੀ ਮਰੀ ਹੋਈ ਫਸਲ ਤੇ ਥੋੜਾ ਬਹੁਤਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਹੁੰਦਾ ਉਹਨਾਂ ਕੋਲ, ਉਸ ਚੋਂ ਜੇ ਹੈਲਪ ਕਰ ਦਿੰਦੇ ਤਾਂ ਉਹਦੇ ਨਾਲ ਇੱਕ ਚੰਗਾ ਸੰਕੇਤ ਜਾਣਾ ਸੀ। ਇੱਕ ਪਾਸੇ ਤਾਂ ਬਿਆਨ ਇਹ ਦਿੱਤਾ ਜਾ ਰਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਬਾਂਹ ਫੜੂਗੀ, ਕਿਸਾਨਾਂ ਲਈ ਉਹ ਬਿਹਤਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਲੈਕਸ਼ਨ ਦੇ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ।
ਦੂਸਰੇ ਪਾਸੇ ਜਿਹੜੇ ਛੋਟੇ-ਛੋਟੇ ਜਦੋਂ ਕੱਟ ਲਾਏ ਜਾਂਦੇ ਆ ਤਾਂ ਕਿਤੇ ਨਾ ਕਿਤੇ ਕਿਸਾਨਾਂ ਦੇ ਮਨ ਦੇ ਵਿੱਚ ਇਹ ਗੱਲ ਰੜਕਦੀ ਜ਼ਰੂਰ ਹੈ ਕਿ ਸਾਡੀ ਆਮਦਨ ਦੁੱਗਣੀ ਕਰਨ ਦੀ ਬਜਾਏ ਜਦੋਂ ਅਸੀਂ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਆ, ਸਾਨੂੰ ਉਦੋਂ ਵੀ ਸਹਾਰਾ ਦੇਣ ਵੇਲੇ ਸਰਕਾਰ ਆਪਣਾ ਹੱਥ ਪਿੱਛੇ ਖਿੱਚ ਰਹੀ ਹੈ ਤੇ ਪੰਜਾਬ ਸਰਕਾਰ ਦੀ ਕਹੀ ਹੋਈ ਗੱਲ ਕਿ ਅਸੀਂ ਉਹਦੀ ਭਰਪਾਈ ਕਰਾਂਗੇ, ਇਹ ਆਪਣੇ ਆਪ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਕਿਸਾਨਾਂ ਲਈ ਚੰਗਾ ਸੰਕੇਤ ਹੈ। ਜੀ ਡਾਕਟਰ ਸਾਹਿਬ, ਜਲੰਧਰ ਜਿਮਣੀ ਚੋਣ 'ਚ ਜਿਹੜੇ ਦਲ ਬਦਲੂ ਨੇ ਉਹਨਾਂ ਦੀਆਂ ਮੌਜਾਂ ਲੱਗ ਗਈਆਂ ਨੇ ਜੀ। ਬਿਲਕੁਲ, ਉਹਨਾਂ ਦੇ ਜਿਹੜੀ ਦੂਸਰੀਆਂ ਪਾਰਟੀਆਂ ਨੇ ਉਹਨਾਂ ਦੇ ਉੱਪਰ ਦਾਅ ਖੇਡਦੀਆਂ ਨੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਜਿਹੜੀਆਂ ਦੋ ਸਾਡੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦੇ ਵਿੱਚ ਅਸੀਂ ਅੱਜ ਦੀ ਡੇਟ 'ਚ ਜੇ ਗੱਲ ਕਰੀਏ ਜਿਹੜੀਆਂ ਜ਼ਿਆਦਾ ਸਰਗਰਮ ਹੈ, ਇੱਕ ਉਹ ਭਾਰਤੀ ਜਨਤਾ ਪਾਰਟੀ ਤੇ ਦੂਸਰੀ ਆਮ ਆਦਮੀ ਪਾਰਟੀ। ਭਾਰਤੀ ਜਨਤਾ ਪਾਰਟੀ ਨੇ ਇਹ ਕਿਹਾ ਸੀ ਕਿ ਅਸੀਂ ਪਰਿਵਾਰਵਾਦ ਦੀ ਰਾਜਨੀਤੀ ਨਹੀਂ ਕਰਦੇ, ਅਸੀਂ ਪਰਿਵਾਰਾਂ ਤੋਂ ਨਿਰਲੇਪ ਹੋ ਕੇ ਵਿਅਕਤੀ ਦੀ ਜਿਹੜੀ ਯੋਗਤਾ ਹੈ ਉਸ ਦੇ ਆਧਾਰ ਤੇ ਉਸ ਵਿਅਕਤੀ ਦੀ ਸਮਾਜ ਨੂੰ ਕੀ ਦੇਣਾ ਹੈ ਉਹਦੇ ਆਧਾਰ ਤੇ ਵਿਅਕਤੀ ਦੀ ਚੋਣ ਕਰਦੇ ਹਾਂ। ਪਰ ਹੁਣ ਜਦੋਂ ਅਸੀਂ ਦੇਖਿਆ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਜਿਹੜਾ ਉਹਨਾਂ ਨੇ ਅਟਵਾਲ ਆਪਣਾ ਉਮੀਦਵਾਰ ਚੁਣਿਆ ਹੈ ਤੇ ਉਹ ਅਕਾਲੀ ਦਲ ਦੇ ਵਿੱਚੋਂ ਆਇਆ ਹੋਇਆ, ਉਸ ਦੇ ਪਿਤਾ ਜੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਹੇ ਹੈ, ਇਸ ਕਰਕੇ ਉਹ ਇੱਕ ਰਾਜਨੀਤਿਕ ਪਰਿਵਾਰ ਦੇ ਵਿੱਚੋਂ ਆਇਆ ਹੋਇਆ ਵਿਅਕਤੀ ਹੈ। ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਸਾਨੂੰ ਅਕਾਲੀ ਦਲ ਦੀਆਂ ਨੀਤੀਆਂ ਪਸੰਦ ਨਹੀਂ, ਜੇ ਨੀਤੀਆਂ ਪਸੰਦ ਨਹੀਂ ਤਾਂ ਉਹਨਾਂ ਚੋਂ ਆਇਆ ਹੋਇਆ ਕੈਂਡੀਡੇਟ ਲੈ ਕੇ ਸਿੱਧੇ ਤੌਰ ਤੇ ਉਸ ਨੂੰ MP ਦਾ ਕੈਂਡੀਡੇਟ ਬਣਾ ਦੇਣਾ, ਮੈਂਬਰ ਪਾਰਲੀਮੈਂਟ ਦੀ ਸੀਟ ਤੇ ਖੜਾ ਕਰ ਦੇਣਾ। ਇਹ ਆਪਣੇ ਆਪ ਦੇ ਵਿੱਚ ਜਿਹੜੇ ਲੋਕ ਹੈ ਉੱਥੋਂ ਦੇ ਜਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੋਣਗੇ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਤਾਂ ਆਉਂਦਾ ਹੀ ਹੋਊਗਾ ਕਿ ਅਸੀਂ 10, 20, 30 ਸਾਲ ਤੋਂ ਜਿਸ ਦਲ ਦੀ ਸੇਵਾ ਕਰ ਰਹੇ ਹਾਂ, ਜਿਸ ਦਲ ਵਾਸਤੇ ਰਿਸਕ ਲੈ ਰਹੇ ਹਾਂ, ਉਸ ਦਲ ਨੇ ਇੱਕ ਬਾਹਰੋਂ ਲਿਆ ਕੇ ਕੈਂਡੀਡੇਟ ਜਿਹੜਾ ਦਲ ਬਦਲੂ ਕੈਂਡੀਡੇਟ ਹੈ, ਜਿਹਨੂੰ ਸ਼ਾਇਦ ਲੋਕਾਂ ਨੇ ਕਿਸੇ ਹੋਰ ਫਾਰਮ 'ਚ ਰਿਜੈਕਟ ਕੀਤਾ ਹੋਵੇ, ਉਹਨੂੰ ਸਾਡੇ ਸਿਰ ਤੇ ਬਿਠਾਉਣ ਦੀ ਗੱਲ ਕੀਤੀ ਜਾ ਰਹੀ ਹੈ। ਬਿਲਕੁਲ ਇਸੇ ਕਿਸਮ ਦੀ ਗੱਲ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਇੱਕ ਉਮੀਦਵਾਰ ਹਾਇਰ ਕਰ ਲਿਆ। ਜੇ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਕਾਂਗਰਸ ਪਾਰਟੀ ਉਹ ਹੈ ਜਿਨ੍ਹਾਂ ਨੇ 70 ਸਾਲ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ ਹੈ, ਚੰਗੀ ਰਾਜਨੀਤੀ ਨਹੀਂ ਦਿੱਤੀ, ਆਮ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਗਿਆ, ਤਾਂ ਫਿਰ ਅੱਜ ਐਸੀ ਕਿਹੜੀ ਉਹਨਾਂ ਲਈ ਸਮੱਸਿਆ ਆ ਗਈ ਜਾਂ ਐਸੀ ਕਿਹੜਾ ਸੰਕਟ ਖੜਾ ਹੋ ਗਿਆ ਕਿ ਉਹਨਾਂ ਨੇ ਇੱਕਦਮ ਕਾਂਗਰਸ ਦੇ ਵਿੱਚੋਂ ਉਮੀਦਵਾਰ ਲੈ ਕੇ ਉਹਦੀ ਚੋਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਪ੍ਰਕਾਰ ਅਕਾਲੀ ਦਲ ਨੇ ਇੱਕ ਵੱਖਰੇ ਤਰੀਕੇ ਨਾਲ ਇਸ ਗੱਲ ਨੂੰ ਲੈਣ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਨੇ ਥੋੜੀ ਸਿਆਣਪ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਆਪਣਾ ਪਹਿਲਾਂ ਹੀ MLA ਜਿੱਤਿਆ ਹੋਇਆ ਉਮੀਦਵਾਰ ਨੂੰ MP ਦਾ ਉਮੀਦਵਾਰ ਬਣਾਇਆ। ਉਹਦੇ ਨਾਲ ਕੀ ਹੋਊਗਾ, ਜਿੱਥੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਉਸ ਉਮੀਦਵਾਰ ਨੂੰ ਲੈ ਰਹੇ ਹਾਂ ਜਿਹੜਾ ਘੱਟੋ ਘੱਟ ਇੱਕ ਕੰਸਟੀਚੁਐਂਸੀ 'ਚੋਂ ਜਿੱਤਿਆ ਹੋਇਆ, ਕਮ ਸੇ ਕਮ ਓਨੀਆਂ ਵੋਟਾਂ ਤਾਂ ਸਾਨੂੰ ਆਉਣਗੀਆਂ ਹੀ। ਇਸੇ ਤਰੀਕੇ ਨਾਲ ਉਹਨਾਂ ਨੇ ਵੀ ਇੱਕ ਜਿੱਤੇ ਹੋਏ ਵਿਧਾਨ ਸਭਾ ਦੇ ਮੈਂਬਰ ਨੂੰ ਟਿਕਟ ਦੇਣ ਦੀ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹਨਾਂ ਦਾ ਘੱਟੋ ਘੱਟ ਜਿਹੜਾ ਵੋਟ ਪ੍ਰਤੀਸ਼ਤ ਹੈ ਉਹ ਸੰਗਰੂਰ ਜਿੰਨਾ ਥੱਲੇ ਨਾ ਰਹੇ। ਹੁਣ ਹਾਲਾਤ ਉਸ ਚੋਣ ਦੇ ਇਹ ਬਣੇ ਹੋਏ ਹੈ ਕਿ ਸਾਰੀਆਂ ਪਾਰਟੀਆਂ ਕੋਸ਼ਿਸ਼ ਇਹ ਕਰ ਰਹੀਆਂ, ਖਾਸ ਕਰਕੇ ਜਿਹੜੀਆਂ ਕੇਂਦਰੀ ਪਾਰਟੀਆਂ ਦੋ ਉੱਥੇ ਜ਼ਿਆਦਾ ਸਰਗਰਮ ਹੈ, ਉਹ ਬਾਹਰੋਂ ਉਮੀਦਵਾਰ ਲਿਆ ਕੇ ਉਹਨਾਂ ਦੀ ਸਾਫ਼ ਸਫਾਈ ਕਰਕੇ ਉਹਨਾਂ ਨੂੰ ਨਵੇਂ ਫਾਰਮ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਜਿਹੜੀ ਪੁਰਾਣੀ ਗੱਲ ਉਹ ਕਰ ਰਹੇ ਸੀ ਕਿ ਅਸੀਂ ਪੁਰਾਣੀ ਰਾਜਨੀਤੀ ਨਹੀਂ ਕਰਦੇ, ਅਸੀਂ ਦਲ ਬਦਲੂਆਂ ਨੂੰ ਨਹੀਂ ਲੈਂਦੇ, ਸਾਡੀ ਰਾਜਨੀਤੀ ਤੇ ਵਿਚਾਰਧਾਰਾ ਦੂਜਿਆਂ ਤੋਂ ਵੱਖਰੀ ਹੈ, ਅਸੀਂ ਸਿਧਾਂਤਕ ਹੈ, ਇਹ ਸਾਰੀਆਂ ਗੱਲਾਂ ਮੈਨੂੰ ਇਹ ਲੱਗਦੀਆਂ ਕਿ ਲੋਕਾਂ ਨੂੰ ਬੁੱਧੂ ਬਣਾਉਣ ਵਾਲੀਆਂ ਰਹੀਆਂ। ਜਿਨ੍ਹਾਂ ਕੈਂਡੀਡੇਟਾਂ ਨੂੰ, ਜਿਨ੍ਹਾਂ ਪਾਰਟੀਆਂ ਨੂੰ ਲੋਕਾਂ ਨੇ ਸਿਧਾਂਤਕ ਤੌਰ ਤੇ ਰਿਜੈਕਟ ਕੀਤਾ ਸੀ, ਜੇ ਉਸ ਚੋਣ ਦੇ ਵਿੱਚ ਇਹ ਲੋਕ ਉਹਨਾਂ ਉਮੀਦਵਾਰਾਂ ਨੂੰ, ਉਹਨਾਂ ਪਾਰਟੀਆਂ ਨੂੰ ਦੁਬਾਰਾ ਲੈ ਕੇ ਆ ਰਹੇ ਆ, ਤਾਂ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਕਿਸੇ ਵਿਅਕਤੀ ਦੇ ਕੱਪੜੇ ਬਦਲ ਦਈਏ, ਉਹਦੇ ਨਾਲ ਉਹਦੀ ਸੋਚ ਨਹੀਂ ਬਦਲਦੀ, ਤਾਂ ਲੋਕਾਂ ਨੇ ਇਹਨਾਂ ਪਾਰਟੀਆਂ ਬਾਰੇ ਦੁਬਾਰਾ ਜ਼ਰੂਰ ਸੋਚਣਾ ਹੈ ਕਿ ਇਹ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀਆਂ। ਇਸੇ ਕਰਕੇ ਸਾਰੇ ਬੰਦੇ ਕਹਿੰਦੇ ਆ ਕਿ ਉੱਥੇ ਵਰਕਰਾਂ ਦੀ ਬਜਾਏ ਦਲ ਬਦਲੂਆਂ ਦੀ ਮੌਜ ਲੱਗੀ ਹੋਈ ਹੈ। ਜੀ ਡਾਕਟਰ ਸਾਹਿਬ, ਭਗਵੰਤ ਮਾਨ ਸਰ ਵੱਲੋਂ ਜਿਹੜਾ ਕੱਲ ਨਵਾਂ ਟੋਲ ਪਲਾਜ਼ਾ ਸਮਾਣਾ ਜਿਹੜਾ ਸੀਗਾ ਉਹਨੂੰ ਬੰਦ ਕਰਵਾ ਦਿੱਤਾ ਗਿਆ, ਤੁਸੀਂ ਇਹਨਾਂ ਟੋਲ ਪਲਾਜ਼ਿਆਂ ਦੀ ਹਕੀਕਤ ਬਾਰੇ ਕੀ ਦੱਸਣਾ ਚਾਹੋਗੇ ਜੀ? ਦੇਖੋ, ਟੋਲ ਪਲਾਜ਼ੇ ਜਦੋਂ ਲਾਏ ਗਏ ਹੈ, ਇਹ ਬਾਹਰ ਤੋਂ ਆਇਆ ਹੋਇਆ ਕਨਸੈਪਟ ਹੈ। ਉੱਥੇ ਇਹ ਸੀਗਾ ਕਿ ਜੇ ਤੁਸੀਂ ਸਰਕਾਰ ਕੋਲੇ ਪੈਸੇ ਨਹੀਂ ਹੈ ਤਾਂ ਉਹ ਪਬਲਿਕ ਜਿਹੜੀ ਹੈਗੀ ਹੈ ਪਾਰਟਨਰਸ਼ਿਪ ਕਰਕੇ ਉਹਦੇ ਨਾਲ ਇਹ ਸੜਕਾਂ ਬਣਾਉਣ ਜਾਂ ਆਪਣੇ ਪੁਲ ਬਣਾਉਣ ਤੇ ਉਸ ਦੇ ਪੈਸੇ ਦੀ ਉਗਰਾਹੀ ਵਾਸਤੇ ਇਹ ਉਹਨਾਂ ਤੇ ਟੋਲ ਵੀ ਲਗਾ ਦੇਣ ਜਾਂ ਟਿਕਟ ਵੀ ਲਗਾ ਦੇਣ। ਪਰ ਸਾਡੇ ਇਹ ਹੋਇਆ ਕਿ ਕਿਸੇ ਨੂੰ ਇਹ ਹਿਸਾਬ ਹੀ ਨਹੀਂ ਦਿੱਤਾ ਗਿਆ ਕਿ ਕਿੰਨੇ ਕਰੋੜ ਉਸ ਤੇ ਖਰਚਾ ਹੋਇਆ, ਰੋਜ਼ ਦੀ ਉਗਰਾਹੀ ਕਿੰਨੀ ਹੋ ਰਹੀ ਹੈ, ਕਿਸ ਸਾਲ ਤੱਕ ਟੋਲ ਪਲਾਜ਼ੇ ਨੇ ਖਤਮ ਹੋਣਾ ਹੈ, ਇਹਨਾਂ ਸਾਰੀਆਂ ਗੱਲਾਂ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ। ਫਰਜ਼ ਕਰ ਲਓ 10 ਸਾਲ ਪਹਿਲਾਂ ਕਿਤੇ ਟੋਲ ਲੱਗਿਆ ਹੋਇਆ, 10 ਸਾਲ ਪਹਿਲਾਂ ਉਸ ਟੋਲ ਪਲਾਜ਼ਾ ਦੀ 5 ਲੱਖ ਰੁਪਇਆ ਜਿਹੜੀ ਸੀਗੀ ਉਹ ਰੋਜ਼ ਦੀ ਉਗਰਾਹੀ ਸੀ। ਜੇ ਉਸ ਦੇ ਹਿਸਾਬ ਨਾਲ ਕੈਲਕੂਲੇਟ ਕਰਨਗੇ 5 ਸਾਲਾਂ ਬਾਅਦ ਉਹ ਵੱਧ ਕੇ ਦੁੱਗਣੀ ਹੋ ਜਾਂਦੀ ਹੈ।
ਉਸ ਤੋਂ ਅਗਲੇ 5 ਸਾਲਾਂ ਬਾਅਦ ਹੋਰ ਅੱਗੇ ਦੁੱਗਣੀ ਹੋ ਜਾਂਦੀ ਹੈ, ਕਿਉਂਕਿ ਲਗਾਤਾਰ ਸਾਡੇ ਜਿਹੜੇ ਵਹੀਕਲ ਆ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਜੀ। ਇਸ ਕਰਕੇ ਜੇ ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਹੈ ਕਿ ਭਗਵੰਤ ਮਾਨ ਨੇ ਵੀ ਕਿਹਾ ਕਿ ਟੋਲ ਪਲਾਜ਼ੇ ਬਹੁਤ ਪਹਿਲਾਂ ਬੰਦ ਹੋ ਜਾਣੇ ਚਾਹੀਦੇ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਟੋਲ ਪਲਾਜ਼ਿਆਂ ਦੇ ਵਿੱਚ ਵਪਾਰ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਰਾਜਨੀਤਿਕ ਲੋਕਾਂ ਦੇ ਵੀ ਹੱਥ ਮਿਲਾਏ ਹੋਏ ਹੈ। ਇਸ ਕਰਕੇ ਉਹ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਚਾਹੁੰਦੇ ਕਿ ਜਿਹੜੀ ਰਾਜਨੀਤਿਕ ਵਿਅਕਤੀ ਦੀ ਤੇ ਵਪਾਰੀ ਦੀ ਜੁਗਲਬੰਦੀ ਹੈ, ਲੋਕਾਂ ਨਾਲ ਠੱਗੀ ਮਾਰਨ ਦੀ, ਉਸ ਨੂੰ ਬੰਦ ਕੀਤਾ ਜਾਵੇ। ਮੈਨੂੰ ਇਹ ਲੱਗਦਾ ਹੈ ਕੁਝ ਵਿਅਕਤੀ ਇਹ ਵੀ ਕਹਿ ਰਹੇ ਕਿ ਭਗਵੰਤ ਮਾਨ ਇਸ ਤੇ ਰਾਜਨੀਤੀ ਕਰ ਰਿਹਾ ਹੈ। ਜੇ ਭਗਵੰਤ ਮਾਨ ਇਸ ਤੇ ਰਾਜਨੀਤੀ ਕਰ ਰਿਹਾ ਹੈ ਤਾਂ ਵੀ ਕਮ ਸੇ ਕਮ ਇਹ ਤਾਂ ਹੈ ਕਿ ਉਹਦੇ ਨਾਲ ਜਨਤਾ ਨੂੰ ਫਾਇਦਾ ਤਾਂ ਮਿਲ ਰਿਹਾ ਹੈ। ਇਸ ਲਈ ਮੈਂ ਇਹ ਕਹਿ ਰਿਹਾ ਕਿ ਜਿਹੜੀ ਰਾਜਨੀਤੀ ਇਸ ਕਿਸਮ ਦੀ ਹੋ ਰਹੀ ਹੈ ਤਾਂ ਉਹ ਰਾਜਨੀਤੀ ਲੋਕਾਂ ਲਈ ਚੰਗੀ ਹੈ। ਇਸ ਕਰਕੇ ਭਾਵੇਂ ਜੋ ਮਰਜ਼ੀ ਹੋਵੇ ਇਹਦੇ ਪਿੱਛੇ ਕਾਰਨ, ਭਾਵੇਂ ਉਹ ਆਪਣੇ ਆਪ ਬੰਦ ਹੋਣ ਵਾਲਾ ਹੋਵੇ, ਪਰ ਜਿਸ ਪ੍ਰਕਾਰ ਇਹਦੀ ਅਨਾਉਂਸਮੈਂਟ ਹੋ ਰਹੀ ਹੈ, ਜਿਸ ਪ੍ਰਕਾਰ ਬੰਦ ਹੋ ਰਿਹਾ ਹੈ, ਜਿਸ ਪ੍ਰਕਾਰ ਕਿਹਾ ਜਾ ਰਿਹਾ ਕਿ ਇਸ ਨਾਲ ਲੋਕਾਂ ਨੂੰ ਇੰਨੇ ਲੱਖ ਦਾ ਫਾਇਦਾ ਹੋਊਗਾ ਡੇਲੀ ਦਾ, ਇਹ ਆਪਣੇ ਆਪ ਦੇ ਵਿੱਚ ਸ਼ੁਭ ਸਗਨ ਹੈ ਤੇ ਘੱਟੋ ਘੱਟ ਸਰਕਾਰ ਦੀ ਇਹਦੇ ਨਾਲ ਕ੍ਰੈਡੀਬਿਲਿਟੀ ਜ਼ਰੂਰ ਵੱਧਦੀ ਹੈ। ਜੀ ਡਾਕਟਰ ਸਾਹਿਬ, ਜਿਹੜਾ ਹਰਿਆਣਾ ਦੀ ਐਸਜੀਪੀਸੀ ਜਿਹੜੀ ਨਵੀਂ ਬਣੀ ਹੈ ਜੀ, ਇਸ ਦੇ ਬਣਨ ਤੋਂ ਬਾਅਦ ਜਿਹੜੇ ਐਸਜੀਪੀਸੀ ਹਰਿਆਣਾ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਸੀਗੇ, ਉਹ ਹੁਣ ਨਾ ਤਾਂ ਉਹਨਾਂ ਦੀ ਐਸਜੀਪੀਸੀ ਹਰਿਆਣਾ ਬਾਂਹ ਫੜ ਰਹੀ ਹੈ ਜੀ, ਨਾ ਐਸਜੀਪੀਸੀ ਆਪਣੀ ਪੰਜਾਬ ਵਾਲੀ ਬਾਂਹ ਫੜ ਰਹੀ ਹੈ ਜੀ। ਉਹ ਧਰਨਾ ਲਾ ਕੇ ਬੈਠੇ ਹੋਏ ਨੇ। ਤੁਸੀਂ ਇਹਨਾਂ ਦਾ ਕਿਵੇਂ ਦੇਖਦੇ ਹੋ ਜੀ ਕਿ ਇਹਨਾਂ ਦਾ ਹੱਲ ਕੀ ਹੋ ਸਕਦਾ ਜੀ? ਦੇਖੋ, ਅਸੀਂ ਸਾਰੇ ਜਾਣਦੇ ਹਾਂ ਜਦੋਂ ਕਿਸੇ ਵੀ ਸੰਸਥਾ ਦੀ ਰੀਆਰਗੇਨਾਈਜੇਸ਼ਨ ਹੁੰਦੀ ਹੈ, ਜਿਵੇਂ ਪੰਜਾਬ ਦੇ ਵਿੱਚੋਂ ਹਰਿਆਣਾ ਨਿਕਲਿਆ ਜਾਂ ਪੰਜਾਬ ਦੇ ਵਿੱਚੋਂ ਆਪਾਂ ਇਹ ਕਹੀਏ ਆਪਣਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਯੂਟੀ ਬਣਾਇਆ ਗਿਆ, ਤਾਂ ਜਾਂ ਹੁਣ ਬੈਂਕਾਂ ਦਾ ਮਰਜਰ ਹੋ ਰਿਹਾ ਹੈ। ਬਹੁਤ ਸਾਰੇ ਜਿਹੜੇ ਬੈਂਕ ਸੀ, ਸਟੇਟ ਬੈਂਕ ਆਫ ਪਟਿਆਲਾ ਸੀ ਜਾਂ ਹੋਰ ਸਟੇਟ ਬੈਂਕ ਗਰੁੱਪ ਸੀ, ਉਹਨਾਂ ਸਾਰਿਆਂ ਨੂੰ ਸਟੇਟ ਬੈਂਕ ਆਫ ਇੰਡੀਆ 'ਚ ਮਰਜਰ ਕਰ ਦਿੱਤਾ। ਜਦੋਂ ਦੋ ਵੱਡੀਆਂ ਸੰਸਥਾਵਾਂ ਦਾ ਮਰਜਰ ਹੁੰਦਾ ਤਾਂ ਉਸ ਸਮੇਂ ਇੱਕ ਮੱਦ ਕਿਤੇ ਨਾ ਕਿਤੇ ਇਹ ਵੀ ਰੱਖੀ ਜਾਂਦੀ ਹੈ ਕਿ ਉਹਨਾਂ ਦੇ ਮੁਲਾਜ਼ਮਾਂ ਦਾ ਕੀ ਬਣੂਗਾ। ਹੁਣ ਹਾਲਾਤ ਇਹ ਬਣੇ ਹੋਏ ਆ ਕਿ ਬਹੁਤ ਸਾਰੇ ਮੁਲਾਜ਼ਮ ਇਹ ਕਹਿ ਰਹੇ ਆ ਕਿ ਅਸੀਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਕੰਮ ਕਰਦੇ ਸੀ, ਸਾਡੀ ਬਦਲੀ ਹਰਿਆਣਾ ਦੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਨਾਢਾ ਸਾਹਿਬ ਦੇ ਵਿੱਚ ਹੋ ਗਈ। ਜਦੋਂ ਇਹ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਕੇਂਦਰੀ ਤੌਰ ਤੇ ਐਸਜੀਪੀਸੀ ਅੰਮ੍ਰਿਤਸਰ ਕੋਲ ਸੀ, ਤਾਂ ਹੁਣ ਕੀ ਹੋਇਆ ਕਿ ਜਦੋਂ ਦੋਨਾਂ ਦੀ ਵੰਡ ਹੋ ਗਈ ਤਾਂ ਉਹ ਵਿਚਾਰੇ ਅੱਧ ਵਿਚਕਾਰ ਲਟਕ ਗਏ। ਉਹ ਮੁਲਾਜ਼ਮ ਕਹਿ ਰਹੇ ਆ ਕਿ ਸਾਡੀ ਸਿਲੈਕਸ਼ਨ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਹੋਈ ਹੋਈ ਹੈ, ਸਾਨੂੰ ਉਹ ਆਪਣੇ ਮੁਲਾਜ਼ਮ ਦੇ ਤੌਰ ਤੇ ਸਵੀਕਾਰ ਕਰਨ, ਸਾਡੇ ਫੰਡ, ਸਾਡੇ ਭੱਤੇ, ਸਾਡੀਆਂ ਪੋਸਟਾਂ ਉਹ ਬਹਾਲ ਕਰਨ। ਦੂਸਰੇ ਪਾਸੇ ਜਿਹੜੀ ਹਰਿਆਣਾ ਪ੍ਰਬੰਧਕ ਕਮੇਟੀ ਹੈ, ਕਿਉਂਕਿ ਉਹਦਾ ਪ੍ਰਬੰਧ ਨਵੇਂ ਹੱਥਾਂ ਦੇ ਵਿੱਚ ਆ ਗਿਆ, ਉਹਨਾਂ ਵੱਲੋਂ ਉਸ ਕਿਸਮ ਦਾ ਸਹਿਯੋਗ ਵੀ ਨਹੀਂ ਦਿੱਤਾ ਜਾ ਰਿਹਾ ਕਿ ਉਹਨਾਂ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਨੂੰ ਅਸੀਂ ਲਵਾਂਗੇ, ਕਿਉਂਕਿ ਇਹ ਜਿਹੜੀ ਸਹਿਜ ਰੂਪ ਦੇ ਵਿੱਚ ਵੰਡ ਨਹੀਂ ਹੋਈ, ਇਹ ਵੰਡ ਬਹੁਤ ਹੀ ਤਲਖ ਭਰੇ ਰੂਪ ਦੇ ਵਿੱਚ ਹੋਈ ਹੈ। ਔਰ ਉਸ ਤਲਖੀ ਦੇ ਵਿੱਚ ਇਹ ਹੋਇਆ ਹੈ ਕਿ ਬਿਲਕੁਲ ਇੱਕ ਵੱਖਰੇ ਅੰਦਾਜ਼ ਦੇ ਵਿੱਚ ਹੀ ਇਸ ਨੂੰ ਵੰਡਿਆ ਗਿਆ। ਇਸੇ ਦੇ ਨਾਲ ਜੋੜ ਕੇ ਜੇ ਅਸੀਂ ਤੀਸਰੀ ਗੱਲ ਦੇਖੀਏ, ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਮੁਲਾਜ਼ਮ ਹੈ ਜਿਹੜੇ ਉਹ ਨਾ ਤਾਂ ਪੰਜਾਬ ਨਾਲ ਸੰਬੰਧਿਤ ਸੀ, ਨਾ ਹੀ ਪੰਜਾਬ ਦੇ ਬਹੁਤੇ ਮੁਲਾਜ਼ਮਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਾਂ ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਅੰਮ੍ਰਿਤਸਰ ਤੋਂ ਭੇਜਿਆ ਜਾਂਦਾ ਸੀ। ਜੇ ਥੋੜੇ ਬਹੁਤੇ ਸੀ, ਉਹ ਗਿਣਤੀ ਖਾਸ ਨਹੀਂ ਸੀ। ਪਰ ਹਰਿਆਣੇ ਦੇ ਵਿੱਚ ਬਹੁਤ ਵੱਡੇ ਗੁਰਦੁਆਰਾ ਸਾਹਿਬ ਸੀ, ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਸੀ। ਹੁਣ ਉਹਨਾਂ ਮੁਲਾਜ਼ਮਾਂ ਦੀ ਕਿਤੇ ਵੀ ਜਦੋਂ ਢੋਈ ਨਹੀਂ ਲਈ ਜਾਂਦੀ, ਕਿਤੇ ਵੀ ਬਾਂਹ ਨਹੀਂ ਫੜੀ ਜਾਂਦੀ, ਤਾਂ ਉਹਨਾਂ ਮੁਲਾਜ਼ਮਾਂ ਦੇ ਵਿੱਚ ਖਾਸ ਕਿਸਮ ਦਾ ਪ੍ਰੋਟੈਸਟ ਹੈ ਤੇ ਉਹਨਾਂ ਨੂੰ, ਜਿਵੇਂ ਪੰਜਾਬ ਗਵਰਨਮੈਂਟ ਦੇ ਬਾਕੀ ਮੁਲਾਜ਼ਮ ਤਖਤੀਆਂ ਲੈ ਕੇ ਆਪਣਾ ਪ੍ਰੋਟੈਸਟ ਕਰਦੇ ਆ, ਇਸ ਰੂਪ ਦੇ ਵਿੱਚ ਹੀ ਪ੍ਰੋਟੈਸਟ ਕਰਨਾ ਪੈ ਰਿਹਾ ਹੈ। ਮੈਨੂੰ ਲੱਗਦਾ ਕਿ ਐਸਜੀਪੀਸੀ ਨੂੰ, ਜਿਹੜੇ ਉਹਨਾਂ ਦੇ ਮੁਲਾਜ਼ਮ ਹੈ, ਜੇ ਉਹਨਾਂ ਨੇ ਉਹਨਾਂ ਨੂੰ ਨੌਕਰੀ ਤੇ ਰੱਖਿਆ ਹੋਇਆ ਹੈ ਤਾਂ ਉਹਨਾਂ ਦੀਆਂ ਬਣਦੀਆਂ ਸਹੂਲਤਾਂ ਨੂੰ ਜਾਂ ਤਾਂ ਆਪਣੇ ਐਸਜੀਪੀਸੀ ਦੇ ਸੰਵਿਧਾਨ ਅਨੁਸਾਰ ਜਾਂ ਜਿਸ ਪ੍ਰਕਾਰ ਵੀ ਉਹਨਾਂ ਦਾ ਮਸਲਾ ਸੁਲਝਾਇਆ ਜਾ ਸਕਦਾ ਹੈ, ਇਸ ਨੂੰ ਹਮਦਰਦੀ ਪੂਰਵਕ ਵਰਤਾਰੇ ਦੇ ਤੌਰ ਤੇ ਦੇਖਣਾ ਚਾਹੀਦਾ ਹੈ। ਕਿਉਂਕਿ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਿੱਖ ਹੈ ਜਿਹੜਾ ਉਹ ਸਾਰਿਆਂ ਦੀ ਬਾਂਹ ਫੜਦਾ ਹੈ, ਜਿਨ੍ਹਾਂ ਨੂੰ ਨਹੀਂ ਜਾਣਦੇ ਅਸੀਂ ਉਹਨਾਂ ਲਈ ਵੀ ਲੰਗਰ ਲਾਉਣੇ ਆ, ਤੇ ਜਿਹੜੇ ਤੁਹਾਡੇ ਮੁਲਾਜ਼ਮ ਹੈ, ਤੁਹਾਡੀ ਸੇਵਾ ਕਰਦੇ ਰਹੇ ਆ, ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਹੋਏ ਆ, ਜੇ ਉਹਨਾਂ ਨੂੰ ਅਸੀਂ ਸੜਕ ਤੇ ਬੈਠਣ ਨੂੰ ਮਜਬੂਰ ਕਰਾਂਗੇ, ਰੋਲਣ ਨੂੰ ਛੱਡ ਦਿਆਂਗੇ ਤਾਂ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਜੀ ਡਾਕਟਰ ਸਾਹਿਬ, ਰਾਹੁਲ ਗਾਂਧੀ ਵੱਲੋਂ ਜਿਹੜਾ ਕੱਲ ਇੱਕ ਮੀਟਿੰਗ ਕੀਤੀ ਗਈ ਜੀ ਸਰਬ ਪਾਰਟੀਆਂ ਦੀ, ਉਹਨਾਂ ਵੱਲੋਂ ਇੱਕ ਮੰਚ ਜਿਹੜਾ ਸਾਰੀਆਂ ਪਾਰਟੀਆਂ ਦਾ ਬਣਾਉਣ ਦੇ ਵੱਲ ਤਾਕੀਦ ਕੀਤੀ ਗਈ ਹੈ ਜੀ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਭ ਤੋਂ ਸਰਗਰਮ ਬੁਲਾਰੇ ਕਹਿ ਲਈਏ ਜਾਂ ਅਹਿਮ ਵਿਅਕਤੀ ਹੈ, ਉਹ ਅਮਿਤ ਸ਼ਾਹ ਹੈ। ਅਮਿਤ ਸ਼ਾਹ ਨੇ ਕੱਲ ਹੀ ਬਿਆਨ ਦਿੱਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ 300 ਤੋਂ ਉੱਪਰ ਸੀਟਾਂ ਲੈ ਕੇ ਜਿੱਤ ਪ੍ਰਾਪਤ ਕਰਾਂਗੇ। ਜੇ ਉਹ ਇਹ ਬਿਆਨ ਦੇ ਰਹੇ ਹੈ, ਉਹ ਵੱਡੇ ਪੱਧਰ ਤੇ ਸਰਗਰਮੀ ਕਰ ਰਹੇ ਹੈ, ਪ੍ਰਧਾਨ ਮੰਤਰੀ ਸਾਹਿਬ ਖੁਦ ਜਗ੍ਹਾ ਜਗ੍ਹਾ ਤੇ ਜਾ ਕੇ ਰੈਲੀਆਂ ਕਰ ਰਹੇ ਹੈ, ਅਨਾਉਂਸਮੈਂਟ ਕਰ ਰਹੇ ਹੈ। ਇੱਕ ਉਹਨਾਂ ਨੇ ਨਵਾਂ ਹੁਣ ਅੱਜ ਕੱਲ੍ਹ ਜੁਮਲਾ ਸ਼ੁਰੂ ਕੀਤਾ ਹੋਇਆ, ਡਬਲ ਇੰਜਨ ਸਰਕਾਰ। ਡਬਲ ਇੰਜਨ ਸਰਕਾਰ ਤੋਂ ਭਾਵ ਕਿ ਹਰ ਸੂਬਾ
ਜਿਸ ਦੇ ਵਿੱਚ ਗੈਰ ਭਾਜਪਾ ਸਰਕਾਰ ਹੈ ਉਹ ਵੀ ਭਾਜਪਾ ਦੀ ਸਰਕਾਰ ਬਣਾਵੇ। ਇੱਕ ਇੰਜਨ ਅਸੀਂ ਕੇਂਦਰ ਦੇ ਵਿੱਚ ਭਾਜਪਾ ਵੱਲੋਂ ਦੇਵਾਂਗੇ ਤੇ ਇੱਕ ਸੂਬੇ ਦੇ ਵਿੱਚ ਸਾਡਾ ਇੰਜਨ ਚੱਲੂਗਾ। ਤੇ ਮਤਲਬ ਇਹ ਹੈ ਕਿ ਸੂਬੇ ਦੇ ਵਿੱਚ ਅਤੇ ਸੈਂਟਰ ਦੇ ਵਿੱਚ ਇੱਕੋ ਹੀ ਸਰਕਾਰ ਬਣੇ। ਇਸ ਲਈ ਉਹਨਾਂ ਦੀ ਸਰਗਰਮੀ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੇ ਵੀ ਆਪਣੇ ਪਰਾਂ ਨੂੰ ਤੋਲਿਆ ਹੋਊਗਾ। ਕਾਂਗਰਸ ਪਾਰਟੀ ਦੀ ਪਿੱਛੇ ਇੱਕ ਵੱਡੀ ਜਿਹੜੀ ਪਦ ਯਾਤਰਾ ਹੋਈ, ਜਿਹਨੂੰ ਭਾਰਤ ਜੋੜੋ ਯਾਤਰਾ ਕਿਹਾ, ਰਾਹੁਲ ਗਾਂਧੀ ਨੇ ਸ਼ੁਰੂ ਕੀਤੀ। ਜਦੋਂ ਵੀ ਕੋਈ ਯਾਤਰਾ ਹੁੰਦੀ ਹੈ, ਭਾਵੇਂ ਉਹ ਅਡਵਾਨੀ ਦੀ ਰਥ ਯਾਤਰਾ ਹੋਵੇ, ਭਾਵੇਂ ਹੁਣ ਉਹ ਕੀਤੀ ਗਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੋਵੇ, ਇਹਨਾਂ ਦਾ ਕਿਤੇ ਨਾ ਕਿਤੇ ਅੰਤਮ ਪ੍ਰਭਾਵ ਹੈ ਜਿਹੜਾ ਉਹ ਰਾਜਨੀਤਿਕ ਹੀ ਹੁੰਦਾ ਹੈ। ਪਰ ਹੁਣ ਸਾਨੂੰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਅੱਜ ਦੀ ਡੇਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਪ੍ਰਬੰਧ ਦੇ ਤੌਰ ਤੇ ਕਾਂਗਰਸ ਪਿੱਛੇ ਰਹੀ ਹੋਈ ਹੈ। ਤਾਂ ਕਾਂਗਰਸ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਸਟ੍ਰੈਟਜੀ ਆਪਣੀ ਬਣਾ ਕੇ ਕੰਮ ਸ਼ੁਰੂ ਕੀਤਾ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਨਾਲੋਂ ਨਿਖੜੇ ਹੋਏ ਅਲਾਈ ਸੀ ਉਹਨਾਂ ਨੂੰ ਉਹ ਇਕੱਠੇ ਕਰਨ ਦੀ ਕੋਸ਼ਿਸ਼ ਕਰਨਗੇ। ਪਹਿਲੀ ਮੀਟਿੰਗ ਹੈ ਜਿਹੜੀ ਉਹ ਨਿਤੀਸ਼ ਕੁਮਾਰ ਹੋਣਾ ਨਾਲ ਹੋਈ ਹੈ। ਨਿਤੀਸ਼ ਕੁਮਾਰ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਬਹੁਤ ਘਾਗ ਸਿਆਸਤਦਾਨ ਹੈ। ਉਸਨੇ ਬਹੁਤ ਵਾਰ ਕਾਂਗਰਸ ਨਾਲ ਰਲ ਕੇ ਵੀ ਆਪਣਾ ਜਿਹੜੀ ਰਾਜ ਭਾਗ ਸੰਭਾਲਿਆ ਹੈ ਤੇ ਹੁਣ ਤੁਹਾਨੂੰ ਪਤਾ ਹੈ ਕਿ ਆਪਣੇ ਸੂਬੇ ਦੇ ਵਿੱਚ ਬੀਜੇਪੀ ਨਾਲ ਵੀ ਰਲ ਕੇ ਚੱਲਦਾ ਰਿਹਾ। ਅੱਜ ਕੱਲ੍ਹ ਉਹਦਾ ਤੋੜ ਵਿਛੋੜਾ ਹੋ ਗਿਆ ਬੀਜੇਪੀ ਨਾਲੋਂ। ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਇਸ ਕਿਸਮ ਦੇ ਦਲ ਹੈ, ਜਿਨ੍ਹਾਂ ਦਲਾਂ ਦੀ ਕਾਂਗਰਸ ਪਾਰਟੀ ਦੇ ਨਾਲ ਸਾਂਝ ਬਣ ਸਕਦੀ ਹੈ, ਬੀਜੇਪੀ ਨਾਲ ਜਾਣ ਦਾ ਕੋਈ ਉਹਨਾਂ ਦਾ ਬਹੁਤਾ ਅਸਾਰ ਨਹੀਂ ਲੱਗਦਾ। ਕਾਂਗਰਸ ਜ਼ਰੂਰ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੂਗੀ। ਉਸ ਦੇ ਵਿੱਚ ਸਭ ਤੋਂ ਪਹਿਲਾਂ ਬੀਐਸਪੀ ਦੀ ਗੱਲ ਕਰੀਏ, ਉਹਦੇ ਨਾਲ ਵੀ ਕਾਂਗਰਸ ਟਰਾਈ ਕਰੂਗੀ। ਬੀਐਸਪੀ ਤੋਂ ਬਾਅਦ ਉਹਨਾਂ ਕੋਲੇ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆ ਜਾਂਦੀ ਹੈ। ਇਸੇ ਤਰੀਕੇ ਨਾਲ ਮੁਲਾਇਮ ਸਿੰਘ ਯਾਦਵ ਹੋਣਾ ਦੀ ਪਾਰਟੀ ਆ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਬਾਲ ਠਾਕਰੇ ਹੈ, ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਹੈ। ਪੰਜਾਬ ਦੇ ਵਿੱਚ ਅਜੇ ਕਲੀਅਰ ਨਹੀਂ ਹੋਇਆ ਕਿ ਉਹ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰਨਗੇ ਜਾਂ ਆਮ ਆਦਮੀ ਪਾਰਟੀ ਤੋਂ ਅਲੱਗ ਚੱਲਣ ਦੀ ਕੋਸ਼ਿਸ਼ ਕਰਨਗੇ। ਇਸ ਕਰਕੇ ਅੱਜ ਦੀ ਸਥਿਤੀ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੈ ਕਿ ਵੱਡੇ ਪੱਧਰ ਤੇ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਦੇ ਵਿੱਚ ਮੈਨੂੰ ਲੱਗਦਾ ਕਿ ਹਰ ਇੱਕ ਸੀਟ ਤੇ ਆਪਣਾ ਉਮੀਦਵਾਰ ਖੜਾ ਕਰੂਗੀ। ਉਹਦੇ ਨਾਲ ਟੱਕਰ ਦੇਣ ਵਾਸਤੇ ਸਾਡੇ ਕੋਲੇ ਦੋ ਆਪਸ਼ਨ ਲੱਗਦੀਆਂ। ਪਹਿਲੀ ਆਪਸ਼ਨ ਜੇ ਕਾਂਗਰਸ ਨਾਲ ਜੁੜ ਕੇ ਇੱਕ ਅਲਾਇੰਸ ਬਣਦਾ ਉਹ ਹੋ ਸਕਦੀ ਹੈ। ਦੂਸਰੀ ਇਹ ਕਿ ਨਵੀਂ ਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਕਰ ਚੁੱਕੀ ਆਮ ਆਦਮੀ ਪਾਰਟੀ ਜਿਹੜੀ ਬਹੁਤ ਉਤਸ਼ਾਹਤ ਹੈ, ਲਗਾਤਾਰ ਜਾ ਕੇ ਉਹ ਬਾਹਰਲੇ ਸੂਬਿਆਂ ਦੇ ਵਿੱਚ ਵੀ ਆਪਣੀ ਕਾਰਗੁਜ਼ਾਰੀ ਦੱਸਣ ਦੀ ਕੋਸ਼ਿਸ਼ ਕਰਦੇ ਆ। ਪੰਜਾਬ ਦੇ ਵਿੱਚ ਕੀ ਕੀਤਾ, ਦਿੱਲੀ ਮਾਡਲ ਕੀ ਹੈ, ਸਕੂਲ ਨੂੰ ਕਿਵੇਂ ਉਹਨਾਂ ਦਾ ਨਵੀਨੀਕਰਨ ਕੀਤਾ, ਆਮ ਮੁਹੱਲਾ ਕਲੀਨਿਕ ਕਿਵੇਂ ਬਣਾਏ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਕਹਿ ਰਹੇ ਆ ਕਿ ਉਹਨਾਂ ਦੀ ਰਾਜਨੀਤੀ ਵੀ ਕੇਂਦਰੀ ਪੱਧਰ ਤੇ ਜਾ ਸਕਦੀ ਹੈ ਤੇ ਕੀ ਉਹ ਤੀਸਰਾ ਫਰੰਟ ਬਣਨਗੇ ਜਾਂ ਦੂਜੇ ਫਰੰਟ ਦਾ ਹਿੱਸਾ ਬਣਨਗੇ। ਇਹ ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਤੇ ਪਿਆ ਹੋਇਆ ਦਬਾਅ ਨਿਰਧਾਰਿਤ ਕਰੂਗਾ। ਜਿਵੇਂ ਅੱਜ ਆਮ ਆਦਮੀ ਪਾਰਟੀ ਦੇ ਦੋ ਵੱਡੇ ਨੇਤਾ ਜੈਨ ਤੇ ਸਸੋਦੀਆ ਉਹ ਜੇਲ੍ਹ ਦੇ ਵਿੱਚ ਬੈਠੇ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਹਨਾਂ ਤੇ ਕਿੰਨਾ ਪ੍ਰੈਸ਼ਰ ਪਾਉਂਦੀ ਹੈ। ਜੇ ਉਹ ਪ੍ਰੈਸ਼ਰ ਦੇ ਵਿੱਚ ਇਹ ਸੋਚਦੇ ਆ ਕਿ ਉਹ ਪ੍ਰੈਸ਼ਰ ਨੂੰ ਇਕੱਲੇ ਝੱਲਣ ਦੀ ਸਮਰੱਥਾ 'ਚ ਹੈ ਜਾਂ ਉਹ ਸੀਟ ਐਡਜਸਟਮੈਂਟ ਕਰਕੇ ਰਾਹੁਲ ਗਾਂਧੀ ਨਾਲ ਜਾਣ ਨੂੰ ਤਿਆਰ ਹੈ, ਤਾਂ ਇਹ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਲਈ ਇਹ ਦਲ ਦੋ ਹਿੱਸਿਆਂ ਵਿੱਚ ਵੰਡ ਕੇ ਸੀਟ ਐਡਜਸਟਮੈਂਟ ਕਰਕੇ ਕੋਈ ਵੱਡਾ ਲਾਰਜ ਅਲਾਇੰਸ ਬਣਾ ਕੇ ਲੜਨ ਦੀ ਕੋਸ਼ਿਸ਼ ਕਰਨਗੇ। ਜਿਹੜੀ ਰਾਹੁਲ ਗਾਂਧੀ ਦੀ ਹੁਣ ਕੀਤੀ ਜਾ ਰਹੀ ਕੋਸ਼ਿਸ਼ ਹੈ, ਇਹ ਉਸੇ ਵੱਲ ਨੂੰ ਪਹਿਲਾ ਪੱਟਿਆ ਹੋਇਆ ਕਦਮ ਕਿਹਾ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਹਰ ਰਾਜਨੀਤਿਕ ਦਲ ਜਦੋਂ ਇਸ ਸਥਿਤੀ ਦੇ ਵਿੱਚ ਹੋਵੇ ਇਹੋ ਜਿਹੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹੈ। ਸੋ ਦਰਸ਼ਕੋ, ਇਹ ਸਨ ਸਾਡੇ ਨਾਲ ਡਾਕਟਰ ਸਤਨਾਮ ਸਿੰਘ ਸੰਧੂ, ਜਿਨ੍ਹਾਂ ਨਾਲ ਸਾਡੇ ਵੱਖ-ਵੱਖ ਅੱਜ ਪੰਜਾਬ ਦੀਆਂ ਤੇ ਦੇਸ਼ ਦੀਆਂ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਰਿਸ਼ਪਾਲ।